ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਜਿਹੜਾ ਮਹਿਮਾਨ ਬਹੁਤ ਲੰਮੇ ਸਮੇਂ ਦੇ ਉੱਤੋਂ ਇੱਕ ਅਜਿਹੀ ਸਮੱਸਿਆ ਦੇ ਨਾਲ ਪੀੜਿਤ ਸੀ, ਜਿਹੜੀ ਸਮੱਸਿਆ ਦਾ ਇਲਾਜ ਮਾਡਰਨ ਮੈਡੀਕਲ ਸਾਇੰਸ ਜਿਹੜੀ ਆ ਉਹ ਸਿਰਫ ਤੇ ਸਿਰਫ ਆਪਰੇਸ਼ਨ ਕਹਿੰਦੀ ਹੈ। ਇਸ ਤੋਂ ਇਲਾਵਾ ਕੋਈ ਇਲਾਜ ਨਹੀਂ। ਆਪਰੇਸ਼ਨ ਵੀ ਅਜਿਹਾ ਜਿਹਦੇ ਵਿੱਚ ਸਰੀਰ ਦਾ ਇੱਕ ਪੂਰਾ ਅੰਗ ਹੀ ਬਾਹਰ ਕੱਢ ਦਿੱਤਾ ਜਾਂਦਾ। ਅੱਗੇ ਚੱਲ ਕੇ ਉਹ ਅਜਿਹੀ ਸਮੱਸਿਆ ਜਿਹੜੀ ਆ ਉਸ ਤੋਂ ਬਾਅਦ ਪੈਦਾ ਹੁੰਦੀਆਂ ਨੇ, ਜਿਹੜੀਆਂ ਕਿ ਪਹਿਲਾਂ ਵਾਲੀ ਸਮੱਸਿਆ ਨੂੰ ਬੰਦਾ ਕਹਿਣ ਲੱਗ ਜਾਂਦਾ ਵੀ ਇੱਦੋਂ ਤਾਂ ਉਹੀ ਠੀਕ ਸੀ। ਜਿਹੜੇ ਕਰਵਾਉਂਦੇ ਨੇ ਉਹਨਾਂ ਦੇ ਤਜਰਬੇ ਅਸੀਂ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ, ਅਤੇ ਅੱਜ ਅਸੀਂ ਉਸ ਮਹਿਮਾਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਜਿਹੜੇ ਮਹਿਮਾਨ ਨੇ ਇਸ ਸਮੱਸਿਆ ਤੋਂ ਲੰਮਾ ਸਮਾਂ ਜਿਹੜਾ ਸੀਗਾ ਉਹ ਸੰਤਾਪ ਹੋ ਗਿਆ। ਕੀ ਉਹਨਾਂ ਦਾ ਤਜਰਬਾ ਆਪਾਂ ਉਹਨਾਂ ਦੇ ਮੂੰਹ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਮਨਜੀਤ ਕੌਰ, ਕੋਟ ਈਸੇ ਖਾਂ, ਜ਼ਿਲ੍ਹਾ ਮੋਗੇ ਤੋਂ ਹਾਂ ਜੀ। ਹਾਂ ਸੁਮਨ ਜੀ, ਇਹ ਤੁਹਾਡੇ ਹਸਬੈਂਡ ਨੇ ਜੀ? ਅੱਛਾ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਮੇਲ ਸਿੰਘ ਹੈ ਜੀ। ਅੱਛਾ, ਥੋੜ੍ਹਾ ਆਪਣੇ ਬਾਰੇ ਦੱਸੋਗੇ? ਪਰਿਵਾਰ 'ਚ ਕੌਣ ਕੌਣ ਹੈ, ਕਿੰਨਾ ਪੜ੍ਹੇ ਹੋਏ ਹੋ, ਬੱਚੇ, ਜਿਹੜਾ ਰਹਿਣ ਵਾਲੇ ਤੁਸੀਂ ਕੋਟ ਈਸੇ ਖਾਂ ਦਾ ਦੱਸਦਾ ਹੈਗਾ, ਥੋੜ੍ਹਾ ਪ੍ਰੋਫਾਈਲ ਦੱਸੋਗੇ ਆਪਣਾ? ਹਾਂਜੀ, ਮੈਂ ਮੰਡਿਆਣੀ ਪਿੰਡ ਲੁਧਿਆਣੇ ਕੋਲੋਂ ਹੈਗਾ, ਮੇਰੇ ਪੇਕੇ ਪਿੰਡ ਆ। ਹਾਂਜੀ, ਇੱਥੇ ਘਰੇ ਸਾਡੇ ਮੰਮੀ ਡੈਡੀ ਆ, ਮੇਰਾ ਦੇਵਰ ਆ, 2 ਮੇਰੇ ਬੱਚੇ ਆ, ਗੁੜੀਆ ਮੇਰੀ 10 ਸਾਲ ਦੀ ਆ, ਅਤੇ ਹੁਣੇ ਮੇਰੇ ਬੇਟਾ ਹੋਇਆ ਵਾ 4 ਕੁ ਮਹੀਨੇ ਦਾ। ਹਰਮੇਲ ਜੀ, ਕੀ ਕੰਮ ਕਰਦੇ ਹੋ? ਮੈਂ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਲੱਗਾ ਜੀ, ਸਹਾਇਕ ਕਲਰਕ ਦੀ ਪੋਸਟ 'ਤੇ। ਕਿੰਨਾ ਪੜ੍ਹੇ ਹੋ? ਮੈਂ ਜੀ +2 ਹੈ ਜੀ। ਤੁਸੀਂ ਕਿੰਨਾ ਪੜ੍ਹੇ ਹੋ? ਹਾਂਜੀ, +2 ਸਰ। +2 ਕੀਤੀ। ਸੁਮਨ ਜੀ, ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀਗੇ ਕਿ ਤੁਹਾਨੂੰ 8-9 ਸਾਲ ਤੋਂ ਤੁਸੀਂ ਜਿਹੜਾ ਸਰੀਰਕ ਸੰਤਾਪ ਹੋ ਗਿਆ, ਸਰੀਰਕ ਦਰਦ ਸਿਹਾ, ਸਮੱਸਿਆਵਾਂ ਦੇ ਵਿੱਚੋਂ ਗੁਜ਼ਰਦੇ ਰਹੇ। ਵਿਆਹ ਹੋਏ ਨੂੰ ਕਿੰਨਾ ਸਾਲ ਹੋ ਗਏ? 14 ਸਾਲ ਹੋ ਗਏ ਸਰ। 14 ਸਾਲ ਹੋ ਗਏ, ਮਤਲਬ 5 ਸਾਲ ਬਾਅਦ ਜਿਹੜਾ ਤੁਹਾਨੂੰ ਇਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਂਜੀ ਸਰ ਜੀ। ਕੀ ਸਮੱਸਿਆਵਾਂ ਥੋੜ੍ਹਾ ਜਿਹਾ ਦੱਸੋਗੇ? ਹਾਂਜੀ ਸਰ, ਮੈਨੂੰ ਪੀਰੀਅਡਸ ਟਾਈਮ ਨਾ ਪੇਨ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉਸ ਦੇ ਨਾਲ ਇੰਜੈਕਸ਼ਨ ਤੋਂ ਬਿਨਾਂ ਰੁਕਦੀ ਨਹੀਂ ਸੀਗੀ। ਇੰਜੈਕਸ਼ਨ ਤੋਂ ਬਿਨਾਂ ਪੀਰੀਅਡਸ ਦੀ ਪੇਨ ਰੁਕਦੀ ਨਹੀਂ ਸੀ। ਥੋੜ੍ਹਾ ਜਿਹਾ ਜਦੋਂ ਪੀਰੀਅਡਸ ਦਾ ਅਨਈਵਨ ਹੋਣੇ ਸ਼ੁਰੂ ਹੋਏ ਸੀਗੇ, ਮਤਲਬ ਅਗੜ ਦੁਗੜੇ ਜਿਹੇ ਹੋਣੇ ਸ਼ੁਰੂ ਹੋਏ ਸੀ ਵੀ ਕਦੇ ਆ ਗਏ ਨਹੀਂ ਆ ਗਏ, ਉਹਦਾ ਤੁਹਾਨੂੰ ਦੱਸੋਗੇ ਕਿਵੇਂ ਕੀ ਪ੍ਰੋਬਲਮ ਆ ਰਹੀਆਂ ਸੀ ਤੁਹਾਨੂੰ? ਜ਼ਿਆਦਾਤਰ ਤਾਂ ਪੇਨ ਹੀ ਹੁੰਦੀ ਸੀਗੀ ਸਰ, ਘਬਰਾਹਟ ਹੋ ਜਾਣੀ, ਕਦੇ ਉਲਟੀ ਵਗੈਰਾ ਲੱਗ ਜਾਣੀ, ਇੱਦਾਂ ਦੀਆਂ ਪ੍ਰੋਬਲਮਾਂ ਜ਼ਿਆਦਾ ਆਉਂਦੀਆਂ ਸੀ। ਵੀ ਕਦੇ ਪੀਰੀਅਡਸ ਆ ਜਾਣੇ, ਕਦੇ ਨਹੀਂ ਆਉਣੇ, ਕਦੇ ਆਉਣੇ ਤਾਂ 10-10 ਦਿਨ ਆ ਜਾਣੇ, 5-5 ਦਿਨ ਆ ਜਾਣੇ, ਹਫ਼ਤੇ 'ਚ ਮਹੀਨੇ 'ਚ 2 ਵਾਰੀ ਆ ਜਾਣੇ, ਇੱਦਾਂ ਵੀ ਹੁੰਦਾ? ਹਾਂਜੀ, ਉਹਦੇ ਨਾਲ ਵੀਕਨੈਸ ਬਹੁਤ ਹੋ ਜਾਂਦੀ ਸਰ ਜੀ, ਉੱਠਿਆ ਨਹੀਂ ਜਾਂਦਾ ਸੀਗਾ। ਬਲੱਡ ਚੈੱਕ ਕਰਾਇਆ ਸੀ ਵੀ ਕਿੰਨਾ ਕਰਾਇਆ ਗਿਆ? ਹਾਂਜੀ, ਮੇਰਾ 8 ਪੁਆਇੰਟ ਰਹਿ ਗਿਆ ਸੀ ਜੀ। ਪਹਿਲਾਂ ਕਿੰਨਾ ਸੀਗਾ? ਪਹਿਲਾਂ 10। ਮਤਲਬ ਬਲੱਡ ਵੀ ਘਟ ਗਿਆ। ਅਤੇ ਇੱਕ ਤਾਂ ਇਹ ਸਮੱਸਿਆ ਸੀਗੀ ਤੁਹਾਨੂੰ ਯੂਟਰਸ ਦੇ ਵਿੱਚ ਪ੍ਰੋਬਲਮ ਸੀਗੀ, ਯਾਨੀ ਕਿ ਤੁਹਾਨੂੰ ਜਿਹੜੀ ਅਨਈਵਨ ਜਿਹੜੇ ਪੀਰੀਅਡਸ ਆ ਰਹੇ ਸੀਗੇ। ਕੁਛ ਬਾਡੀ ਦੇ ਵਿੱਚ ਹੋਰ ਵੀ ਸਮੱਸਿਆਵਾਂ ਸੀਗੀਆਂ? ਨਹੀਂ ਸਰ ਜੀ, ਹੋਰ ਨਹੀਂ ਖਾਸ, ਬਸ ਪੇਨ ਦਾ ਜ਼ਿਆਦਾ ਸੀਗਾ। ਅਤੇ ਜਦੋਂ ਅਸੀਂ ਚੈੱਕ ਕਰਵਾਇਆ ਤਾਂ ਉਹ ਕਹਿੰਦੇ ਯੂਟਰਸ 'ਚ ਤੁਹਾਡੇ ਹੈਗੀ ਆ ਬਲੱਡ ਵਾਲੀ ਰਸੌਲੀ। ਤੁਸੀਂ ਆਪਣੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਵੀ ਤੁਹਾਡੇ 2 ਬੱਚੇ ਨੇ, ਉਹ ਦੱਸੋਗੇ ਵੀ ਪਹਿਲਾ ਬੇਬੀ ਤੁਹਾਡਾ ਕਦੋਂ ਹੋਇਆ ਸੀ? ਉਹ 2002 'ਚ ਹੋਇਆ ਸੀ। ਵਿਆਹ ਤੋਂ 2 ਸਾਲ ਬਾਅਦ? 2012 'ਚ ਹੋਇਆ ਸੀ। 2012 'ਚ। ਵਿਆਹ ਤੋਂ ਕਿੰਨੇ ਸਾਲ ਬਾਅਦ ਹੋਇਆ ਸੀ? 3 ਸਾਲ ਬਾਅਦ ਹੋਇਆ ਸੀ। ਯਾਨੀ ਕਿ ਤੁਹਾਡਾ ਜਿਹੜੀ ਇਹ ਸਮੱਸਿਆ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਿਆ ਸੀ? ਹਾਂਜੀ ਹਾਂਜੀ, ਉਦੋਂ ਬਾਅਦ 'ਚੋਂ ਸਮੱਸਿਆ ਆਈ ਹੈ। ਬੇਬੀ ਹੋਣ ਤੋਂ ਬਾਅਦ 'ਚ ਸਮੱਸਿਆ? ਹਾਂਜੀ ਹਾਂਜੀ। ਅੱਛਾ, ਜਦੋਂ ਇਹ ਸਮੱਸਿਆ ਤੁਹਾਡੀ ਆਈ ਹੈ ਤਾਂ ਮਤਲਬ ਹੌਲੀ ਹੌਲੀ ਮਤਲਬ ਜਦੋਂ ਇਹ ਪ੍ਰੋਬਲਮ ਵੱਧਦੀ ਚਲੀ ਗਈ ਤਾਂ ਕੀ ਤੁਸੀਂ ਕਿਸੇ ਡਾਕਟਰ ਨੂੰ ਦਿਖਾਇਆ, ਕਿਸੇ ਚੈੱਕ ਕਰਾਇਆ ਵੀ ਮੈਨੂੰ ਸਮੱਸਿਆ ਕਿਉਂ ਆ ਰਹੀ ਹੈ? ਹਾਂਜੀ ਸਰ ਜੀ, ਬਹੁਤ ਦਵਾਈਆਂ ਬਹੁਤ ਦੂਰੋਂ ਦੇਖੀਆਂ ਨੇ, ਹਰ ਇੱਕ ਤਰ੍ਹਾਂ ਦੀ ਦਵਾਈ ਖਾ ਕੇ ਦੇਖੀ, ਦੇਸੀ ਕੀ, ਅੰਗਰੇਜ਼ੀ ਕੀ, ਆਪਰੇਟ ਵੀ ਕਰਵਾ ਲਿਆ ਸੀਗਾ ਮੈਂ ਆਪਣਾ, ਅਤੇ ਉਦੋਂ ਬਾਅਦ 'ਚੋਂ ਮੈਨੂੰ ਫਿਰ ਇਹੀ ਪ੍ਰੋਬਲਮ ਆਈ। ਆਪਰੇਟ ਕਿਸ ਚੀਜ਼ ਦਾ ਕਰਾ ਲਿਆ? ਉਹ ਤਾਂ ਹਾਲੇ ਤਾਂ ਆਪਰੇਟ ਤੱਕ ਆਪਾਂ ਪਹਿਲਾਂ ਹੀ ਪਹੁੰਚ ਗਏ। ਆਪਾਂ ਨੂੰ ਪਹਿਲਾਂ ਪਤਾ ਤਾਂ ਹੋਣਾ ਚਾਹੀਦਾ ਵੀ ਕੀ ਪ੍ਰੋਬਲਮ ਆ ਰਹੀਆਂ ਸੀ। ਕੋਈ ਸਕੈਨ ਕਰਾਇਆ, ਕਿਸੇ ਡਾਕਟਰ ਤੋਂ ਪੁੱਛਿਆ? ਉਹ ਹਾਂਜੀ ਹਾਂਜੀ, ਸਕੈਨ ਕਰਵਾਈ ਸੀਗੀ, ਉਹਦੇ ਵਿੱਚ ਹੋਇਆ ਸੀਗਾ ਵੀ ਹਾਂਜੀ 18 mm ਦੀ ਮੇਰੇ ਰਸੌਲੀ ਆ। ਜਿਹੜੀ ਰਸੌਲੀ ਜਿਹੜੀ ਆ ਉਹ ਫਾਈਬਰਾਇਡ ਜਿਹਨੂੰ ਕਹਿੰਦੇ ਨੇ? ਹਾਂਜੀ। ਅਤੇ ਜਦੋਂ ਤੁਸੀਂ ਡਾਇਗਨੋਸ ਹੋਈ ਤੁਹਾਡੀ ਜਿਹੜੀ ਆ ਉਹ ਆਪਣਾ ਅਲਟਰਾਸਾਊਂਡ ਦੇ ਵਿੱਚ ਜਦੋਂ ਇਹ ਰਸੌਲੀ ਆਈ, ਕੀ ਕਹਿੰਦੇ ਸੀ ਡਾਕਟਰ ਵੀ ਕਿੱਦਾਂ ਇਲਾਜ ਹੋਊਗਾ? ਉਹ ਪਹਿਲਾਂ ਤਾਂ ਕਹਿੰਦੇ ਰਹੇ ਦਵਾਈਆਂ ਨਾਲ ਫਰਕ ਪੈ ਜਾਊਗਾ, ਐਡੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਉਹ ਫਿਰ ਮੇਰੇ ਤੋਂ ਪੇਨ ਬਰਦਾਸ਼ਤ ਨਹੀਂ ਹੁੰਦੀ ਸੀਗੀ, ਫਿਰ ਕਹਿੰਦੇ ਉਹ ਵੀ ਇਹਦਾ ਇੱਕ ਹੀ ਇਲਾਜ ਆ ਆਪਰੇਸ਼ਨ। ਫਿਰ ਸਾਨੂੰ ਆਪਰੇਸ਼ਨ ਕਰਵਾਉਣਾ ਪਿਆ ਉਹਦਾ।
ਉਸ ਤੋਂ ਬਾਅਦ ਅੱਛਾ, ਜਦੋਂ ਇਹ ਸਮੱਸਿਆ ਰਮੇਲ ਜੀ, ਜਦੋਂ ਇਹ ਸਮੱਸਿਆ ਆ ਰਹੀ ਸੀਗੀ, ਤੁਹਾਡੇ ਵਾਈਫ ਜਿਹੜੇ ਡੇਲੀ, ਕਿਉਂਕਿ ਇਹ ਸਮੱਸਿਆ ਐਸੀ ਨਹੀਂ ਹੈਗੀ ਵੀ ਜਿਹੜੀ ਆਪਾਂ ਨੂੰ ਆਈ ਔਰ ਚਲੀ ਗਈ, ਵੀ ਇਹ ਤਾਂ ਸਮੱਸਿਆ ਜਿਹੜੀ ਮਹੀਨੇ ਦੇ ਵਿੱਚ ਉਹ ਤੁਹਾਨੂੰ ਕਈ ਵਾਰੀ ਆਉਂਦੀ ਹੋਣੀ, ਕਿੱਦਾਂ ਤੁਸੀਂ ਇਸ ਨੂੰ ਟੈਕਲ ਕਰਦੇ ਜੀ? ਸਰ ਇਹ ਹੈ ਵੀ ਫਿਰ ਜੋ ਆਪਣੀ ਮਾਨਸਿਕ ਪਰੇਸ਼ਾਨੀ ਹੁੰਦੀ ਉਹ ਥੋੜ੍ਹੀ ਵੱਧ ਜਾਂਦੀ ਹੈ ਆਪਦੇ ਪਰਿਵਾਰ ਨੂੰ ਲੈ ਕੇ ਜੀ। ਵੀ ਜਦੋਂ ਸਾਨੂੰ ਆਪਾਂ ਕੋਈ ਪ੍ਰੋਬਲਮ ਆ ਜਾਂਦੀ ਤੇ ਵੀ ਕਿਤੋਂ ਵੀ ਨਾ ਫਰਕ ਪਵੇ, ਤੇ ਸਾਨੂੰ ਬਹੁਤ ਜ਼ਿਆਦਾ ਮੈਨੂੰ ਵੀ ਥੋੜ੍ਹੀ ਜਿਹੀ ਦਿਮਾਗੀ ਟੈਨਸ਼ਨ ਜੀ ਰਹਿਣ ਲੱਗੀ ਸੀ ਆਪਣੇ ਪਰਿਵਾਰ ਪ੍ਰਤੀ। ਤੇ ਜਿਹਦੇ ਕੋਲ ਜਾਣਾ ਬਸ ਉਹਨਾਂ ਨੇ ਜਾਂ ਤੇਜ਼ ਦਵਾਈਆਂ ਦੇ ਦੇਣੀਆਂ, ਉਹਨਾਂ ਦਾ ਵੀ ਸਾਈਡ ਇਫੈਕਟ ਇਹਨੂੰ ਜ਼ਿਆਦਾ ਹੋਣਾ ਜੀ, ਨੁਕਸਾਨ ਜ਼ਿਆਦਾ ਹੋਣਾ। ਕਿਹਦੇ ਕੋਲ ਗਏ, ਕਿੰਨੇ ਕੁ ਡਾਕਟਰ ਬਦਲੇ, ਜਾਂ ਕੋਈ ਦੇਸੀ ਦਵਾਈ ਵੀ ਲਈ, ਹੋਮੋਪੈਥੀ ਲਈ, ਕਿੱਥੇ ਕਿੱਥੇ ਗਏ? ਤਕਰੀਬਨ ਵੀ ਪਹਿਲਾਂ ਜਿਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ ਜੀ, ਪ੍ਰਾਈਵੇਟ ਹੋਸਪਿਟਲ ਦੇ ਵਿੱਚ ਹੀ ਬੰਦਾ ਜਾਂਦਾ ਜੀ, ਵੀ ਜਿੱਥੇ ਜਦੋਂ ਦੱਸ ਪੈਂਦੀ ਵੀ ਉੱਥੋਂ ਵੀ ਆਪਾਂ ਨੂੰ ਹੋਸਪਿਟਲ ਵੀ ਹੁਣ ਆਪਾਂ ਕਿਸੇ ਨੂੰ ਮਾੜਾ ਤਾਂ ਕਹਿ ਨਹੀਂ ਸਕਦੇ, ਚਲੋ ਆਪੋ ਆਪਣੀ ਜਗ੍ਹਾ ਸਾਰੀ ਸਹੀ ਹੈ। ਵੀ ਤਕਰੀਬਨ ਸਾਰੇ ਹੋਸਪਿਟਲ ਅਸੀਂ 8-9 ਹੋਸਪਿਟਲ ਵੀ ਜਿਵੇਂ ਆਮ ਟੌਪ ਦੇ ਹੁੰਦੇ ਸ਼ਹਿਰਾਂ ਦੇ ਵਿੱਚ ਗਏ ਆ, ਉਹਨਾਂ ਨੇ ਓਪਰੇਸ਼ਨ ਹੀ ਹਾਲੇ ਦੱਸਿਆ ਜੀ ਸਾਨੂੰ ਸਾਰਿਆਂ ਨੇ, ਵੀ ਮੈਕਸੀਮਮ ਮਹੀਨਾ 2 ਮਹੀਨੇ ਦਵਾਈ ਦਿੰਦੇ, ਤੇਜ਼ ਜਦੋਂ ਨਹੀਂ ਫਰਕ ਪੈਂਦਾ ਇਹ ਦੱਸਦੇ ਵੀ ਥੋੜੀ ਦਵਾਈ ਨਾਲ ਨਹੀਂ ਫਰਕ ਪਿਆ, ਵੀ ਪੇਨ ਘਟ ਨਹੀਂ ਰਹੀ ਜਾਂ ਵੀ ਦਵਾਈ ਅਸਰ ਨਹੀਂ ਕਰ ਰਹੀ, ਫਿਰ ਓਪਰੇਸ਼ਨ ਹੀ ਕਹਿੰਦੇ ਸੀ ਜੀ। ਫਾਈਨੈਂਸ਼ੀਅਲ ਹਾਲਤ ਕਿਸ ਤਰ੍ਹਾਂ ਦੀ ਹੈਗੀ? ਕੀ ਤੁਸੀਂ ਇਸ ਹਾਲਾਤ 'ਚ ਸੀਗੇ ਕਿ ਤੁਸੀਂ ਆਪਰੇਸ਼ਨ ਕਰਵਾ ਕੇ ਤੇ ਉਹ ਕਿ ਤੁਹਾਨੂੰ ਪ੍ਰੋਬਲਮ ਆਈ ਉਹਦੇ ਵਿੱਚ? ਫਾਈਨੈਂਸ਼ੀਅਲ ਹਾਲਾਤ ਫਿਰ ਥੋੜ੍ਹੀ ਜਿਹੀ ਪ੍ਰੋਬਲਮ ਬੰਦੇ ਨੂੰ ਜਦੋਂ ਬਿਮਾਰੀ ਦੀ ਆ ਜਾਂਦੀ ਹੈ, ਥੋੜ੍ਹੇ ਜਿਹੇ ਡਾਊਨ ਹੋ ਹੀ ਜਾਂਦੇ ਜੀ ਫਾਈਨੈਂਸ਼ੀਅਲ ਹਾਲ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਸਰਕਲ ਹੁੰਦਾ ਜੀ ਮਨੀ ਦੇ ਤੌਰ 'ਤੇ। ਅਤੇ ਉਹ ਵੀ ਸਰਕਲ ਡਾਊਨ ਹੋ ਗਈ ਸੀ ਥੋੜ੍ਹੀ, ਮੈਂ ਦੱਸਿਆ ਵੀ ਥੋੜ੍ਹੀ ਜਿਵੇਂ ਜੀਵਨ 'ਚ ਪਰੇਸ਼ਾਨੀ ਜੀ ਬੰਦਾ ਮਹਿਸੂਸ ਕਰਦਾ ਹੈ, ਵੀ ਇੱਕ ਰੋਗ ਪ੍ਰਤੀ ਅਤੇ ਇੱਕ ਆਪਦੀ ਇਨਕਮ ਪ੍ਰਤੀ ਪ੍ਰੋਬਲਮ ਆ ਜਾਂਦੀ ਜੀ ਬੰਦੇ। ਸੁਮਨ ਜੀ, ਤੁਹਾਨੂੰ ਇਹ ਪ੍ਰੋਬਲਮ ਜਦੋਂ ਆ ਰਹੀ ਸੀਗੀ ਅਤੇ ਜਦੋਂ ਡਾਕਟਰ ਕੋਲ ਜਾਂਦੇ ਸੀਗੇ, ਦਵਾਈ ਲੈਂਦੇ ਸੀਗੇ, ਕਿ ਕਿੱਦਾਂ ਲੱਗਦਾ ਸੀ? ਹਰ ਵਾਰੀ ਜਦੋਂ ਕੋਈ ਡਾਕਟਰ ਕੋਲ ਜਾਣਾ, ਕੋਈ ਉਮੀਦ ਜਾਗਦੀ ਸੀ? ਹਾਂਜੀ, ਉਹ ਹਰ ਵਾਰੀ ਉਮੀਦ ਤਾਂ ਦਿੰਦੇ ਸੀਗੇ, ਪਰ ਜਦੋਂ ਦਵਾਈ ਖਾਂਦੇ ਸੀ 5 ਕੁ ਦਿਨ, ਉਦੋਂ ਬਾਅਦ 'ਚ ਫਿਰ ਉਹੀ ਹਾਲ ਹੁੰਦਾ ਸੀਗਾ। ਤਾਂ ਫਿਰ ਮੈਂ ਤਾਂ ਆਪ ਅੱਕ ਚੁੱਕੀ ਸੀ, ਮੈਂ ਕਿਹਾ ਹੁਣ ਕੋਈ ਦਵਾਈ ਨਹੀਂ ਖਾਣੀ ਹੈਗੀ, ਹੁਣ ਐਂ ਰਹਿਣ ਦਿਓ, ਮੈਨੂੰ ਆਪਰੇਸ਼ਨ ਕਰਵਾ ਦਿਓ ਬਸ। ਆਪਰੇਸ਼ਨ ਤੋਂ ਬਾਅਦ ਫਿਰ ਮੇਰਾ ਉਹੀ ਹਾਲ ਹੋ ਗਿਆ। ਨਹੀਂ, ਜਦੋਂ ਤੁਸੀਂ ਦਵਾਈ ਖਾਂਦੇ ਸੀ 5 ਦਿਨ, ਡਾਕਟਰ ਤੁਹਾਨੂੰ ਕੀ ਕਹਿ ਕੇ ਭੇਜਦਾ ਸੀਗਾ ਵੀ ਕਿੰਨੇ ਦਿਨ ਦਵਾਈ ਖਾਣੀ ਪਏਗੀ, ਜਦੋਂ ਬਾਅਦ ਆਰਾਮ ਆਏਗਾ? ਤੁਸੀਂ 5 ਦਿਨ ਖਾ ਕੇ ਹੀ ਕਹਿ ਦਿੰਦੇ ਸੀ, ਜਾਂ ਫਿਰ ਤੁਹਾਨੂੰ ਇਹ ਕਹਿੰਦੇ ਸੀ ਵੀ ਮਹੀਨਾ ਕੁ ਦਵਾਈ ਖਾਣੀ ਪਏਗੀ, ਉਹਦੇ 'ਚ ਆਰਾਮ ਆਊਗਾ? ਤੁਹਾਨੂੰ 5 ਦਿਨ ਬਾਅਦ ਹੀ ਤੁਸੀਂ ਕਹਿੰਦੇ, ਦਾ ਮਤਲਬ ਤਾਂ ਆਪਾਂ ਅੱਕ ਜਾਂਦੇ ਸੀ ਕਿਤੇ ਨਾ ਕਿਤੇ। ਹਾਂਜੀ, ਮੈਂ ਬਹੁਤ ਜ਼ਿਆਦਾ ਅੱਕ ਚੁੱਕੀ ਸੀਗੀ, ਕਿਉਂਕਿ ਕਿਸੇ ਤੋਂ ਮਹੀਨਾ ਵੀ ਖਾ ਕੇ ਦੇਖੀਆਂ, 2 ਮਹੀਨੇ ਵੀ ਖਾ ਕੇ ਦੇਖੀਆਂ, ਅਤੇ ਜਾਣੀ ਕਿ ਮੇਰੇ ਸਰੀਰ ਨੂੰ 5 ਦਿਨਾਂ ਬਾਅਦ ਪਤਾ ਲੱਗ ਜਾਂਦਾ ਸੀ ਵੀ ਨਹੀਂ, ਫਰਕ ਨਹੀਂ ਪੈਂਦਾ ਹੈਗਾ ਮੈਨੂੰ ਕਿਸੇ ਵੀ ਦਵਾਈ ਨਾਲ। ਇਸ ਕਰਕੇ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀਗੀ। ਬਹੁਤ ਪਰੇਸ਼ਾਨੀ ਸੀ। ਤੁਹਾਡਾ ਬੱਚਾ ਛੋਟਾ ਸੀਗਾ ਅਤੇ ਪਰਿਵਾਰ ਦੇ ਵਿੱਚ ਵੀ ਤੁਸੀਂ ਦੱਸਿਆ ਵੀ ਜਿਹੜਾ ਪੂਰਾ ਪਰਿਵਾਰ ਹੈਗਾ, ਅਤੇ ਘਰ ਦੀ ਜ਼ਿੰਮੇਵਾਰੀ ਵੀ ਤੁਹਾਡੇ ਸਿਰ ਦੇ ਉੱਤੇ ਸੀਗੀ। ਕਿੱਦਾਂ ਮਾਹੌਲ, ਫਿਰ ਕਿੱਦਾਂ ਟੈਕਲ ਕਿੱਦਾਂ ਕਰਦੇ ਸੀ? ਹਾਂਜੀ, ਨਹੀਂ ਇਸ ਤਰ੍ਹਾਂ ਵਧੀਆ, ਮੰਮੀ ਡੈਡੀ ਵਧੀਆ ਨੇ। ਹਾਂਜੀ, ਉਹ ਨਾਲ ਪੂਰੀ ਹੈਲਪ ਦਿੰਦੇ ਸੀਗੇ ਜੇ ਬਿਮਾਰ ਠਮਾਰ ਹੁੰਦੇ ਸੀਗੇ। ਹਾਂਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਨਹੀਂ, ਹੈਲਪ ਤਾਂ ਦਿੰਦੇ ਸੀਗੇ, ਕਿਉਂਕਿ ਜ਼ਿੰਮੇਵਾਰੀਆਂ ਜਿਹੜੀਆਂ ਤੁਹਾਡੀਆਂ ਸੀਗੀਆਂ, ਫਿਰ ਉਸ ਨੂੰ ਕਿਸ ਤਰ੍ਹਾਂ ਨਿਭਾਉਂਦੇ ਸੀ? ਉਹ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਪਾਸੇ ਹੀ ਦੇਖਣੇ ਪੈਂਦੇ, ਆਪਦੀ ਬਿਮਾਰੀ ਨੂੰ ਲੈ ਕੇ ਬੱਚੇ ਨੂੰ ਸਕੂਲ ਵੀ ਤਿਆਰ ਕਰਕੇ ਭੇਜਣਾ, ਸਾਰਾ ਕੁਛ ਕਰਨਾ ਪੈਂਦਾ ਹੈਗਾ ਗਾ। ਅਤੇ ਪਰ ਬਹੁਤ ਜ਼ਿਆਦਾ ਮਾਨਸਿਕ ਤੌਰ 'ਤੇ ਵੀ ਲਾ ਲਓ, ਸਰੀਰਕ ਤੌਰ 'ਤੇ ਵੀ ਲਾ ਲਓ, ਹਰ ਤਰ੍ਹਾਂ ਨਾਲ ਬੰਦਾ ਪਰੇਸ਼ਾਨ ਹੋਇਆ ਪਿਆ ਸੀ। ਘਰ ਦਾ ਕੰਮ ਸਾਰਾ ਕਰਨਾ ਪੈਂਦਾ ਸੀ, ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ, ਸਰੀਰ ਸਾਥ ਨਹੀਂ ਦੇ ਰਿਹਾ। ਹਾਂਜੀ, ਫੈਟ ਬਹੁਤ ਜ਼ਿਆਦਾ ਆ ਗਈ ਸੀਗੀ ਮੈਨੂੰ, ਹਾਂਜੀ, ਵੰਨ-ਸਵੰਨੀਆਂ ਦਵਾਈਆਂ ਖਾ ਖਾ ਕੇ। ਹਾਂਜੀ, ਅਤੇ ਕੋਈ ਕੱਪੜਾ ਨਹੀਂ ਸੈੱਟ ਆਉਂਦਾ ਸੀਗਾ, ਬੁਰਾ ਹਾਲ, ਘਬਰਾਹਟ ਹੁੰਦੀ ਸੀਗੀ, ਤਾਂ ਕਰਕੇ ਫਿਰ। ਪੇਨ ਜਿਹੜੀ ਸੀਗੀ ਉਹ ਕਿਹੜੇ ਟਾਈਮ ਹੁੰਦੀ ਸੀ? ਸਵੇਰੇ ਉੱਠਦੇ ਸਾਰ, ਦੁਪਹਿਰੇ, ਰਾਤ ਨੂੰ? ਗੋਲੀ ਖਾਣ ਨਾਲ ਕਿੰਨਾ ਕੁ ਫਰਕ ਪੈਂਦਾ ਸੀ? ਕਿੱਦਾਂ, ਥੋੜ੍ਹਾ ਦੱਸੋ। ਹਾਂਜੀ, ਮੈਨੂੰ ਰਾਤ ਦੇ ਟਾਈਮ ਜ਼ਿਆਦਾ ਹੋਣ ਲੱਗ ਜਾਂਦੀ, ਕਿਸੇ ਟਾਈਮ ਜਿਵੇਂ ਹੁਣ ਆਪਾਂ ਕੰਮ ਜ਼ਿਆਦਾ ਕਰ ਲੈਂਦੇ ਹਾਂ, ਅਤੇ ਉਹਦੇ ਨਾਲ ਵੀਕਨੈਸ ਨਾਲ ਵੀ ਹੋਣ ਲੱਗ ਜਾਂਦੀ ਸੀਗੀ ਥੋੜ੍ਹੀ ਜਿਹੀ ਜਲਦੀ, ਜਾਣੀ ਕਿ ਥੋੜ੍ਹੀ ਤਾਂ 24 ਘੰਟੇ ਹੀ ਹੁੰਦੀ ਰਹਿੰਦੀ ਸੀਗੀ। ਹਾਂਜੀ, ਜ਼ਿਆਦਾ ਜਾਣੀ ਕਿ ਜੇ ਮੈਂ ਜ਼ਿਆਦਾ ਕੰਮ ਕਰ ਲੈਂਦੀ ਸੀ ਉਦੋਂ ਹੁੰਦੀ ਸੀਗੀ। ਕੁਛ ਭਾਰ ਚੁੱਕਣ ਨਾਲ ਵੀ ਪ੍ਰੋਬਲਮ ਆਉਂਦੀ ਸੀ? ਹਾਂਜੀ, ਭਾਰ ਚੁੱਕਣ ਨਾਲ ਵੀ ਸਾਰਾ ਆਉਂਦੀ ਸੀ। ਜਿੱਦਾਂ ਕੋਈ ਕੱਪੜੇ ਧੋਣ ਲੱਗਿਆ, ਕੋਈ ਭਾਰੀ ਕੱਪੜਾ ਮਸ਼ੀਨ 'ਚੋਂ ਬਾਹਰ ਕੱਢ ਲਿਆ, ਕੁਛ ਕਰ ਲਿਆ? ਹਾਂਜੀ ਹਾਂਜੀ ਸਰ ਜੀ। ਡਾਕਟਰਾਂ ਨੇ, ਜਿਹੜੇ ਡਾਕਟਰ ਕੋਲ ਤੁਸੀਂ ਜਾਂਦੇ ਸੀ, ਇੱਕ ਤੋਂ ਦੂਜਾ ਜਦੋਂ ਬਦਲਦੇ ਸੀ, ਤਾਂ ਉਹ ਫਿਰ ਦੁਬਾਰਾ ਟੈਸਟ ਕਰਾਉਂਦੇ? ਹਰ ਵਾਰੀ ਨਵੇਂ ਟੈਸਟ? ਹਾਂਜੀ ਹਾਂਜੀ, ਹਰ ਵਾਰੀ ਨਵੇਂ ਟੈਸਟ, ਕਿਉਂਕਿ ਉਹ ਇੱਕ ਦੂਜੇ ਸਕੈਨ ਮੰਨਦੇ ਨਹੀਂ ਹੈਗੇ, ਉਹ ਕਹਿੰਦੇ ਅਸੀਂ ਆਪਦੀ ਇਸ ਤਰੀਕੇ ਨਾਲ ਕਰਦੇ ਹਾਂ, ਇੱਦਾਂ ਬਸ ਸਾਰੀ ਦਿਹਾੜੀਆਂ ਹੀ ਸੀਗੀ। ਕਿੰਨੇ ਕੁ ਦੇਰ ਤੁਸੀਂ ਡਾਕਟਰਾਂ ਦੇ ਚੱਕਰ ਕੱਟਦੇ ਰਹੇ? ਅਸੀਂ 9 ਸਾਲ ਦੀ ਮੇਰੀ ਗੁੜੀਆ ਵਾ, ਬਸ ਉਦੋਂ ਬਾਅਦ 'ਚੋਂ ਮੈਨੂੰ ਇਹ ਪ੍ਰੋਬਲਮ ਆ ਗਈ ਸੀਗੀ। ਹਾਂਜੀ, ਉਦੋਂ ਬਾਅਦ ਦੀ ਮੇਰੇ ਹੀ ਆ।
9 ਸਾਲ ਲਗਭਗ 8-9 ਸਾਲ ਤੁਹਾਨੂੰ ਇਹ ਸਮੱਸਿਆ ਤੋਂ ਤੁਹਾਨੂੰ ਜਿਹੜੀ ਪੀੜਿਤ ਰਹੇ। ਮਿਲ ਜੀ ਇਹ ਦੱਸੋ ਕਿ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਜਦੋਂ ਆਉਂਦੀ ਆ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਫਾਈਨੈਂਸ ਦੇ ਸੰਬੰਧ ਵਿੱਚ ਪੁੱਛਿਆ ਹੈਗਾ ਕਿ ਇੱਕ ਇਨਕਮ ਹੁੰਦੀ ਆ ਬੰਦੇ ਦੀ, ਵੀ ਉਹ ਬੰਦਾ ਕੁਝ ਸੋਚ ਵੀ ਹੁੰਦੀ ਆ ਉਹਦੇ ਪਿੱਛੇ ਵੀ ਮੈਂ ਇੰਨੀ ਇਨਕਮ ਹੈ, ਇੰਨੇ ਨਾਲ ਮੈਂ ਪਰਿਵਾਰ ਚਲਾਉਣਾ, ਮੈਂ ਇਹ ਕੰਮ ਕਰਨਾ ਹੈਗਾ। ਕਿੰਨਾ ਕੁ ਪੈਸਾ ਤੁਹਾਡਾ ਹਰ ਮਹੀਨੇ ਦਵਾਈਆਂ ਦੇ ਵਿੱਚ ਜਾ ਰਿਹਾ? ਤਕਰੀਬਨ ਜੀ 8-9 ਹਜ਼ਾਰ ਰੁਪਇਆ ਮੈਕਸਿਮਮ ਚਲੇ ਜਾਂਦਾ ਸੀ ਜੀ। 8-9 ਹਜ਼ਾਰ ਰੁਪਏ ਮਹੀਨੇ ਦਾ ਦਵਾਈਆਂ ਦੇ ਚਲੇ ਜਾਂਦਾ? ਹਾਂਜੀ, ਕਿਉਂਕਿ 2-3 ਹਜ਼ਾਰ ਰੁਪਏ ਤਾਂ ਟੈਸਟਾਂ ਤੇ ਲੱਗ ਹੀ ਜਾਂਦਾ ਜੀ। ਕੋਈ 1800 ਦੀ ਸਕੈਨ ਹੋਣੀ, ਕੋਈ 2200 ਦੀ ਸਕੈਨ ਹੋਣੀ, ਕੋਈ 700 ਦੀ ਸਕੈਨ ਹੋਣੀ, ਤੇ ਫਿਰ ਮੈਕਸਿਮਮ 2-3 ਹਜ਼ਾਰ ਰੁਪਏ ਦੀ ਦਵਾਈ ਵੀ ਹੁੰਦੀ ਸੀ ਜੀ। ਬਾਕੀ ਹੋਰ ਜੇ ਕੋਈ ਕਿਤੇ ਜ਼ਿਆਦਾ ਦੂਰ ਜਾਣਾ ਹੁੰਦਾ ਫਿਰ ਗੱਡੀ ਕਰਾ ਕੇ ਜਾਈਦੀ, 1500-2000 ਰੁਪਏ ਗੱਡੀ ਵਾਲਾ ਲੈਂਦਾ ਸੀ ਜੀ। ਕਿਉਂਕਿ ਫਿਰ ਬੱਸ ਦਾ ਸਫ਼ਰ ਤਾਂ ਥੋੜ੍ਹਾ ਜਿਹਾ ਵੀ ਸਾਨੂੰ ਮੁਸ਼ਕਿਲ ਹੁੰਦੀ ਸੀ, ਵਿਖਿਆਈ ਹੁੰਦੀ ਸੀ, ਹਲਾਰੇ ਜਾਂ ਪੈਣ ਕਰਕੇ ਦਰਦ ਜ਼ਿਆਦਾ ਹੁੰਦਾ ਸੀ। ਯਾਨੀ ਕਿ ਕਈ ਵਾਰੀ ਮੈਕਸਿਮਮ 5+ ਲੱਗ ਹੀ ਜਾਂਦਾ ਸੀ ਜੀ, 6 ਲੱਗ ਗਿਆ, ਕਿਤੇ 7 ਲੱਗ ਗਿਆ, ਐਵੇਂ ਹੈ ਜੀ। ਕਿ ਇਹਨਾਂ ਹਾਲਾਤਾਂ ਦੇ ਵਿੱਚ ਮਨ ਪਰੇਸ਼ਾਨ ਰਹਿੰਦਾ? ਹਾਂਜੀ, ਬਹੁਤ ਜ਼ਿਆਦਾ ਮਨ ਨੂੰ ਬੇਚੈਨੀ ਪਰੇਸ਼ਾਨੀ ਵੀ ਰਹਿੰਦੀ ਵੀ ਕਿ ਵੀ ਪੈਸਾ ਵੀ ਜਾ ਵੀ ਰਿਹਾ ਨਜਾਇਜ਼, ਤੇ ਆਰਾਮ ਫਿਰ ਵੀ ਨਹੀਂ ਆ ਰਿਹਾ ਹੈਗਾ ਜੀ। ਵੀ ਕਈ ਵਾਰ ਤਾਂ ਰਾਤ ਨੂੰ ਇੱਦਾਂ ਹੋਣਾ ਨੀਂਦ ਵੀ ਨਹੀਂ ਆਉਂਦੀ ਹੁੰਦੀ, ਵੀ ਬੰਦਾ ਫਿਰ ਥੋੜ੍ਹਾ ਸੋਚਦਾ ਵੀ ਇਨਕਮ ਥੋੜ੍ਹੀ ਜਿਹੀ ਵੀ ਆ ਤਾਂ ਰਹੀ ਹੈਗੀ, ਵੀ ਚਲੋ ਪੈਸਾ ਗਲਤ ਪਾਸੇ ਲੱਗ ਰਿਹਾ ਹੈਗਾ, ਵੀ ਜੇ ਆਪਾਂ ਦਵਾਈ ਖਾ ਰਹੇ ਹਾਂ ਵੀ ਫਰਕ ਤਾਂ ਪਵੇ, ਚਾਹੇ 25 ਪੈਸੇ ਪਵੇ, ਚਾਹੇ 50 ਪੈਸੇ ਪਵੇ, ਕੁਛ ਤਾਂ ਫਰਕ ਪਵੇ। ਫਰਕ ਪਰ ਮੈਕਸਿਮਮ 5 ਪੈਸੇ ਪੈਂਦਾ ਸੀ 100 ਦੇ ਵਿੱਚੋਂ ਜੀ, ਪਰ 5 ਪੈਸੇ ਵੀ ਔਖਾ ਹੋ ਜਾਂਦਾ ਸੀ। ਜਿਹੜੇ ਤੁਹਾਡੇ ਮਿਲਣ ਵਾਲੇ ਹੋ ਗਏ ਜਾਂ ਪੇਕਾ ਪਰਿਵਾਰ ਹੋ ਗਿਆ ਜਾਂ ਕੋਈ ਵੀ ਹੋ ਲਾ ਲਓ, ਜਦੋਂ ਇਸ ਸਮੱਸਿਆ ਦੇ ਵਿੱਚੋਂ ਤੁਸੀਂ ਲੰਘ ਰਹੇ ਸੀਗੇ, ਅਲੱਗ-ਅਲੱਗ ਸਲਾਹਾਂ ਵੀ ਆਈਆਂ ਹੋਣੀਆਂ ਫਿਰ ਤਾਂ? ਹਾਂਜੀ, ਸਾਰੇ ਐਂ ਕਹਿੰਦੇ ਸੀਗੇ ਤੁਸੀਂ ਇਹਨੂੰ ਰਿਮੂਵ ਹੀ ਕਰਾ ਦਿਓ, ਇਹ ਚੰਗਾ ਰਹੂਗਾ, ਕਿੰਨੀ ਔਖੀ ਆ ਕੁੜੀਆਂ, ਆਏ ਆ, ਸਾਰਾ ਕੁਛ ਇੱਦਾਂ ਹੀ ਕਹਿੰਦੇ ਹੁੰਦੇ ਸੀਗੇ। ਪਰ ਮੈਂ ਤਾਂ ਇਹ ਸੁਣਿਆ ਵੀ ਘੱਟ ਉਮਰ ਹੋਵੇ ਤਾਂ ਉਹ ਰਿਮੂਵ ਕਰਦੇ ਨਹੀਂ ਹੈਗੇ ਜਿਹੜੇ ਡਾਕਟਰਸ ਹੁੰਦੇ। ਹਾਂਜੀ, ਉਹਨਾਂ ਨੇ ਇਸੇ ਕਰਕੇ ਨਹੀਂ ਨਾ ਕਰੀ। ਉਹਨਾਂ ਨੇ ਮੇਰਾ ਆਪਰੇਸ਼ਨ ਕਰਵਾਇਆ ਜਦੋਂ, ਉਹ ਕਹਿੰਦੇ ਵੀ ਇੱਕ ਵਾਰੀ ਆਪਾਂ ਸਾਈਡ ਤੋਂ ਕੱਢ ਕੇ ਦੇਖ ਲਿਆ ਵੀ ਜੇ ਤਾਂ ਤੁਸੀਂ ਸੈੱਟ ਰਹੇ, ਤੇ ਉਹ ਪਰ ਉਸ ਤੋਂ ਬਾਅਦ ਮੈਨੂੰ 3-4 ਮਹੀਨਿਆਂ ਬਾਅਦ ਦੁਬਾਰੇ ਫੇਰ ਉਹੀ ਪ੍ਰੋਬਲਮ ਆ ਗਈ। ਅੱਛਾ, ਜਿਹੜੀ ਪਹਿਲੀ ਤੁਹਾਡੇ ਅੰਦਰ ਫਾਈਬਰਾਇਡ ਬਣੀ ਸੀ, ਰਸੌਲੀ ਬਣੀ ਸੀ, ਉਹਨੂੰ ਬਣਨ ਨੂੰ ਕਿੰਨਾ ਸਮਾਂ ਲੱਗ ਗਿਆ ਸੀਗਾ? ਤੇ ਜਿਹੜੀ ਦੂਜੀ ਬਣੀ ਤੇ ਉਹ ਤੁਸੀਂ ਜਦੋਂ ਪਹਿਲੀ ਕਿੰਨੇ ਸਮੇਂ ਦੇ ਵਿੱਚ ਤੁਹਾਡੀ ਉਹ 18 mm ਦੀ ਹੋ ਗਈ ਸੀ? ਉਹ 8 ਸਾਲਾਂ ਬਾਅਦ ਹੋਣੀ ਸੀ ਜੀ। 8 ਸਾਲ ਬਾਅਦ ਉਹ 18 mm ਦੀ ਹੋ ਗਈ, ਫਿਰ ਤੁਹਾਨੂੰ ਆਪਰੇਸ਼ਨ ਕਰਾਉਣਾ ਪਿਆ? ਹਾਂਜੀ, ਆਪਰੇਸ਼ਨ ਦੇ ਕਿੰਨੇ ਕੁ ਪੈਸੇ ਲੱਗੇ ਤੁਹਾਨੂੰ? 30,000 ਰੁਪਇਆ ਲੱਗਿਆ ਸੀ। ਕਿੰਨਾ ਕੁ ਸਮਾਂ ਤੁਹਾਨੂੰ ਬੈੱਡ ਤੇ ਰਹਿਣਾ ਪਿਆ? ਮੈਨੂੰ 3 ਮਹੀਨੇ ਬੈੱਡ ਤੇ ਰਹਿਣਾ ਪਿਆ ਜੀ। 3 ਮਹੀਨੇ ਦਰਦ ਸਿਹਾ, ਬੈੱਡ ਤੇ ਰਹੇ, ਤੇ ਉਸ ਤੋਂ ਬਾਅਦ ਜਿਹੜਾ ਉਹ ਤੁਹਾਡਾ ਆਪਰੇਸ਼ਨ ਜਿਹੜਾ ਪੈਸੇ ਵੀ ਲੱਗੇ 30,000 ਰੁਪਇਆ, ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਉਹੀ ਪ੍ਰੋਬਲਮ? ਹਾਂਜੀ ਸਰ ਜੀ, ਉਦੋਂ 4-5 ਮਹੀਨੇ ਬਾਅਦ ਮੈਨੂੰ ਫਿਰ ਉਹੀ ਪ੍ਰੋਬਲਮ ਆ ਗਈ ਜੀ, ਪੇਨ ਦਾ ਹੋਣ ਲੱਗ ਗਈ ਦੁਬਾਰੇ। ਫਿਰ ਜਦੋਂ ਚੈੱਕ ਕਰਾਇਆ ਤੇ ਉਹ ਕਹਿੰਦੇ ਫਿਰ ਤੁਹਾਨੂੰ ਰਸੌਲੀ ਬਣੀ ਪਈ ਹੈਗੀ ਆ। ਕੀ ਕਰ ਰਹੇ? ਉਹ ਕੱਲਾ ਆਪਰੇਸ਼ਨ ਤਾਂ ਹੀ 30,000 ਰੁਪਏ ਲਿਆ, ਬਾਕੀ ਉਹ ਦਵਾਈਆਂ ਟ੍ਰੀਟਮੈਂਟ ਉਹਦਾ ਮੈਕਸਿਮਮ 25-20,000 ਰੁਪਏ ਅੱਡ ਲੱਗਾ ਜੀ। ਹਾਂਜੀ, 50-55 ਦੇ ਕਰੀਬ ਲੱਗ ਗਿਆ ਜੀ। 30,000 ਆਪਰੇਸ਼ਨ ਦਾ ਹੀ ਲੈਣਾ, ਵੀ ਡਾਕਟਰੀ ਫੀਸ ਜੋ ਹੁੰਦੀ ਹੈ ਵੀ ਚਲੋ ਇਹ ਆਪਰੇਸ਼ਨ ਕਰਨਾ ਹੈਗਾ ਉਹਦਾ, ਤੇ ਬਾਕੀ ਜੋ ਦਵਾਈਆਂ ਦੇ ਹੋਰ ਖਰਚੇ ਖੁਰਚੇ ਪਾ ਕੇ ਵੀ 50-55 ਨੂੰ ਪੜਿਆ ਸਰ। 50-55 ਹਜ਼ਾਰ ਰੁਪਏ ਵੀ ਲੱਗ ਗਿਆ, ਪਰ ਉਹਦੇ ਬਾਵਜੂਦ ਵੀ ਫਾਈਬਰਾਇਡ ਦੁਬਾਰਾ ਬਣ ਗਈ। ਤੇ ਜਿਹੜੀ ਦੁਬਾਰਾ ਬਣੀ ਉਹ ਮਤਲਬ ਜਦੋਂ ਤੁਸੀਂ ਚੈੱਕ ਕਰਾਈ ਸੀ ਉਹ ਕਿੰਨੇ mm ਦੀ ਹੋਈ ਪਈ ਸੀ? 18 mm ਦੀ ਸੀ। ਉਹ ਫਿਰ 18 mm ਦੀ ਹੋ ਗਈ? ਹਾਂਜੀ ਸਰ ਜੀ। ਪਹਿਲੇ ਵਾਲੀ ਜਿਹੜੀ ਸੀ ਉਹਨੂੰ ਬਣਨ ਨੂੰ 8-9 ਸਾਲ ਲੱਗੇ 18 mm ਦੀ ਹੋਣ ਨੂੰ, ਦੁਬਾਰਾ ਵਾਲੀ ਜਿਹੜੀ ਬਣੀ ਉਹ 3-4 ਮਹੀਨਿਆਂ ਦੇ ਵਿੱਚ ਹੀ ਬਣ ਗਈ। ਹਾਂਜੀ ਸਰ ਜੀ। 3-4 ਮਹੀਨਿਆਂ ਦੇ ਵਿੱਚ ਹੀ 18 mm ਦੀ ਦੁਬਾਰਾ ਬਣ ਗਈ, ਯਾਨੀ ਕਿ ਅੰਦਰ ਸਮੱਸਿਆ ਜਿਹੜੀ ਚੀਜ਼ ਫਾਈਬਰਾਇਡ ਬਣਾ ਰਹੀ ਸੀ ਉਹ ਸਮੱਸਿਆ ਵੱਧ ਚੁੱਕੀ ਸੀ। ਉਹੀ ਚੀਜ਼ ਫਾਈਬਰਾਇਡ ਬਣਾ ਰਹੀ ਸੀ ਜਿਹੜੀ ਸਮੱਸਿਆ ਜਿਹਨੇ ਉਹ ਵੱਧ ਚੁੱਕੀ ਸੀ, ਉਹਦੇ ਤੁਹਾਡਾ ਜਿਹੜਾ ਟਾਈਮ 8-9 ਸਾਲ ਲੱਗੇ ਬਣਾਉਣ ਨੂੰ, ਉਹ ਫਿਰ ਉਹਨੇ 3-4 ਮਹੀਨਿਆਂ ਦੇ ਵਿੱਚ ਹੀ ਬਣਾਤੀ। ਹਾਂਜੀ। ਡਾਕਟਰ ਨੇ ਤੁਹਾਨੂੰ ਦੱਸਿਆ ਵੀ ਆਹ ਚੀਜ਼ ਅੰਦਰ ਖਰਾਬੀ ਕਰ ਰਹੀ ਹੈ ਜਿਹਦੇ ਕਰਕੇ ਤੁਹਾਨੂੰ ਫਾਈਬਰਾਇਡ ਹੋ ਰਹੀ ਹੈ? ਨਹੀਂ ਸਰ ਜੀ, ਉਹਨਾਂ ਨੇ ਕੁਛ ਨਹੀਂ ਦੱਸਿਆ। ਕਿਤੇ ਪੜ੍ਹਿਆ ਹੋਵੇ, ਕਿਤੇ ਤੁਸੀਂ ਹੋਰ ਕਿਸੇ ਨੀਮ ਹਕੀਮ ਹੋਰ ਕਿਸੇ ਵੈਦ ਕੋਲ ਗਏ ਹੋਵੇ, ਉਹਨਾਂ ਕੁਝ ਦੱਸਿਆ ਹੋਵੇ? ਨਹੀਂ ਸਰ ਜੀ, ਕਿਸੇ ਨੇ ਕੁਛ ਨਹੀਂ ਦੱਸਿਆ। ਅੱਛਾ, ਤੇ ਦੁਬਾਰਾ ਜਦੋਂ ਫਿਰ ਫਾਈਬਰਾਇਡ ਤੁਹਾਨੂੰ ਆਈ, ਫਿਰ ਡਾਕਟਰਾਂ ਨੂੰ ਚੈੱਕ ਕਰਾਇਆ, ਕੀ ਕਹਿੰਦੇ ਸੀ ਉਹ ਵੀ ਐਂ ਕਹਿੰਦੇ ਸੀ ਵੀ ਤੁਸੀਂ ਰਿਮੂਵ ਕਰਾ ਦਿਓ ਇਹਨਾਂ ਯੂਟਰਸ ਨੂੰ, ਫੇਰ ਹੀ ਤੁਹਾਨੂੰ ਫਾਇਦਾ ਹੋਊਗਾ। ਪਰ ਸਾਡੀ ਗੁੜੀਆ ਕਰਕੇ ਸਾਨੂੰ ਆਸ ਸੀਗੀ ਥੋੜ੍ਹੀ ਜਿਹੀ ਵੀ ਚਲੋ ਫਿਰ ਵੀ ਤੁਹਾਨੂੰ ਪਤਾ ਹੀ ਹੈ ਗਾਂ ਦੀ ਗਾਂ ਘਰਾਂ ਦੇ ਮਾਹੌਲ ਥੋੜ੍ਹੇ ਜਿਹੇ ਉੱਦਾਂ ਦੇ ਹੁੰਦੇ ਆ ਵੀ ਇੱਕ ਬੇਟਾ ਹੋ ਜਾਵੇ, ਤਾਂ ਕਰਕੇ ਥੋੜ੍ਹਾ ਜਿਹਾ ਰੁਕ ਗਏ ਸੀਗੇ ਵੀ ਦਰਦ ਵੀ ਝੱਲ ਲੈਂਦੇ ਆ। ਤੇ ਫਿਰ ਆਪਣੇ ਹੈਗੇ ਇਹਨਾਂ ਦੇ ਰਿਲੇਟਿਵ 'ਚੋਂ ਸੀਗੇ ਦਵਿੰਦਰ ਵੀਰ ਜੀ, ਉਹਨਾਂ ਨੇ ਕਹਿੰਦੇ ਵੀ ਤੁਸੀਂ ਇੱਥੇ ਆਓ ਸਰ ਕੋਲੇ, ਡਾਕਟਰ
ਦਵਿੰਦਰ ਸਿੰਘ ਭੁੱਲਰ ਸਰ ਕੋਲੇ ਆਓ। ਤੇ ਫਿਰ ਅਸੀਂ ਇੱਥੇ ਆਏ ਇਹਨਾਂ ਕੋਲੇ, ਤੇ ਫਿਰ ਇਹਨਾਂ ਨੇ ਸਾਨੂੰ ਮੈਡੀਸਨ ਦਿੱਤੀ ਤੇ ਇਹਦੇ ਨਾਲ ਮੈਨੂੰ 1.5 ਕੁ ਮਹੀਨੇ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਸੀ। ਅੱਛਾ, ਇਹ ਦੱਸੋ ਕਿ ਜਦੋਂ ਆਹ ਸਿਸਟਮ ਦੇ ਵਿੱਚ ਚੱਲ ਰਿਹਾ ਸੀਗਾ ਤੁਹਾਡਾ, ਤੁਸੀਂ ਇਸ ਹੱਕ 'ਚ ਸੀਗੇ ਵੀ ਆਪਾਂ ਯੂਟਰਸ ਰਿਮੂਵ ਵੀ ਕਰਾ ਦਿੰਦੇ ਜਿੱਦਾਂ ਪੇਨ ਦੇਖਦੇ ਹੋਏ? ਮਨ ਦੇ ਵਿੱਚ ਖਿਆਲ ਤਾਂ ਕਈ ਤਰ੍ਹਾਂ ਦੇ ਹੁੰਦੇ, ਪਰ ਫਿਰ ਵੀ ਅਸੀਂ ਕਹਿੰਦੇ ਚਲੋ ਵੀ ਸਾਨੂੰ ਥੋੜਾ ਫਰਕ ਪੈ ਜਾਵੇ, ਵੀ ਚੱਲ ਇੱਕ ਗਾਂ ਵੀ ਆਉਣ ਵਾਲੇ ਸਮੇਂ 'ਚ ਵੀ ਬੱਚਾ ਹੋਰ ਹੋ ਜੇ, ਵੀ ਚਲੋ ਹਰੇਕ ਦੇ ਮਨ ਦੀ ਹੀ ਇੱਛਾ ਹੁੰਦੀ ਵੀ ਚੱਲ ਬੇਟੀ ਚੱਲ ਇੱਕ ਬੇਟਾ ਵੀ ਹੋ ਜੇ। ਤੇ ਸਾਡੇ ਮਨ ਦੇ ਵਿੱਚ ਵੀ ਚਲੋ ਇੱਕ ਬੱਚਾ ਹੋਰ ਹੋ ਜੇ, ਚਾਹੇ ਬੇਟੀ ਹੋਈ ਹੋ ਜੇ, ਚਲੋ ਬੱਚੇ ਤਾਂ 2 ਹੋਣ, ਵੀ ਚਲੋ ਕੋਈ ਗੱਲ ਨਹੀਂ, ਵੀ ਧੀ ਤੇ ਪੁੱਤਰ ਤਾਂ ਵੀ ਰੱਬ ਦੀ ਦਾਤ ਹੀ ਜੇ। ਤੇ ਚਲੋ ਮਾਲਕ ਨੇ ਸੋਹਣੀ ਗਾਂ ਬੇਟਾ ਹੋਇਆ ਜੀ। ਉਸ ਤੋਂ ਬਾਅਦ ਜਦੋਂ ਅਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਤੋਂ ਦਵਾਈ ਸਟਾਰਟ ਕੀਤੀ। ਅੱਛਾ, ਜਦੋਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਕੋਲ ਤੁਸੀਂ ਕਿਸ ਤਰੀਕੇ ਪਹੁੰਚੇ, ਕਿੱਦਾਂ ਤੁਹਾਨੂੰ ਮਤਲਬ ਕਿ ਤੁਹਾਡੇ ਜਾਣਕਾਰ ਨੇ ਦਵਿੰਦਰ ਜੀ ਇਹ? ਹਾਂਜੀ, ਇਹਨਾਂ ਦੇ ਫਰੈਂਡ ਨੇ। ਅੱਛਾ, ਕਿਵੇਂ ਪਹੁੰਚੇ ਫਿਰ ਤੋਂ ਇੱਥੇ? ਉਹ ਸਾਨੂੰ ਕਹਿੰਦੇ, ਇਹਨਾਂ ਨੂੰ ਕਹਿੰਦੇ ਵੀ ਜੇ ਭਾਬੀ ਇੰਨੀ ਔਖੀ ਹੈ, ਇੰਨੀਆਂ ਦਵਾਈਆਂ ਖਾ ਲਈਆਂ, ਵੀ ਤੂੰ ਇੱਕ ਵਾਰੀ ਜਾ ਕੇ ਤਾਂ ਵੇਖ ਉੱਥੇ। ਤੇ ਫਿਰ ਅਸੀਂ ਉਹਨਾਂ ਦੇ ਨਾਲ ਆਏ, ਇੱਥੇ ਦਵਾਈ ਲਈ ਸਰ ਜੀ ਤੋਂ। ਤੇ ਜਾਣੀ ਕਿ ਉਸ ਤੋਂ ਬਾਅਦ ਮੈਨੂੰ 1.5 ਕੁ ਮਹੀਨੇ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ। ਫਿਰ ਉਹ ਯਕੀਨ ਬਣਦਾ ਤੇ ਅੱਜ ਹੁਣ ਸਾਡੇ 4 ਮਹੀਨਿਆਂ ਦਾ ਮੇਰੇ ਬੇਟਾ ਵਾ। ਅੱਛਾ, ਕੀ ਦਵਾਈ ਕੀ ਦਿੱਤੀ ਸੀ ਜੀ? ਜਿਹੜੀ ਗਿੱਦੜ ਸਿੰਘੀ ਸੀ ਕੋਈ ਵੀ, ਜਿਹੜੀ ਘੁਮਾਤੀ ਤੇ ਅੰਦਰੋਂ ਸਾਫ਼ ਹੋ ਗਿਆ? ਕਿਉਂਕਿ ਪਹਿਲਾਂ ਤਾਂ ਆਪਰੇਸ਼ਨ ਕਹਿ ਰਹੇ ਸੀ। ਹਾਂਜੀ, ਨਹੀਂ, ਇਹਨਾਂ ਨੇ ਗੈਨੋਕੈਟ ਦਿੱਤੀ ਸੀਗੀ, ਪਲੱਸ AMD ਸੀਗੀ, ਗੁੜ ਸੀਗਾ। ਉਹ ਟਰੀਟਮੈਂਟ ਮੈਂ ਕੀਤਾ। ਨੈਚੁਰਲਪੈਥੀ ਦਵਾਈਆਂ ਨੇ ਇਹ, ਬਹੁਤ ਵਧੀਆ। ਨਾ ਆਪਣੇ ਸਰੀਰ ਨੂੰ ਕੋਈ ਫਰਕ ਪੈਂਦਾ ਹੈਗਾ ਗਾ, ਤੇ ਵਧੀਆ ਜਾਣੀ ਕਿ ਇਹਨਾਂ ਦਾ ਰਿਜ਼ਲਟ ਹੈਗਾ। ਮੈਂ ਤਾਂ ਖੁਦ ਇਹ ਰਿਜ਼ਲਟ ਲੈ ਚੁੱਕੀ ਹਾਂ। ਕੀ ਮਤਲਬ ਕਿੱਦਾਂ, ਕਿੰਨੀ ਦੇਰ ਦੇ ਵਿੱਚ ਤੁਹਾਨੂੰ ਜਿਹੜਾ ਲੱਗਣ ਲੱਗ ਗਿਆ ਵੀ ਮੈਨੂੰ ਹੁਣ ਫਰਕ ਆ? ਕਿਉਂਕਿ ਤੁਸੀਂ 1.5 ਮਹੀਨਾ ਤਾਂ ਤੁਹਾਨੂੰ ਲੱਗਿਆ ਵੀ ਕਾਫੀ ਬਾਅਦ ਵਿੱਚ ਤੁਹਾਨੂੰ ਕਾਫੀ, ਪਹਿਲੀ ਵਾਰ ਤੁਹਾਨੂੰ ਕਦੋਂ ਲੱਗਿਆ ਵੀ ਹੁਣ ਕੁਝ ਫਰਕ ਲੱਗ ਰਿਹਾ? 2 ਮਹੀਨਿਆਂ ਬਾਅਦ ਚੈੱਕ ਕਰਵਾਇਆ, ਉਦੋਂ ਸਾਡੀ ਇਹ ਰਹਿ ਗਈ ਸੀ 10 mm ਦੀ ਰਹਿ ਗਈ ਸੀਗੀ। ਮਤਲਬ 18 mm ਤੋਂ ਘਟ ਕੇ ਖੁਰ ਕੇ 8 mm ਖੁਰ ਗਈ ਸੀ? ਹਾਂਜੀ ਸਰ ਜੀ, 10 mm ਦੀ ਰਹਿ ਗਈ ਸੀ। ਕੀ ਲੈ ਰਹੇ ਸੀ, ਦੁਬਾਰਾ ਰਿਪੀਟ ਕਰੂੰਗਾ? ਗੈਨੋਕੈਟ ਸੀਗੀ, ਪਲੱਸ AMD ਸੀ ਤੇ ਗੁੜ ਸੀ ਜੀ। 3 ਚੀਜ਼ਾਂ ਦੇ ਨਾਲ ਹੀ ਤੁਹਾਡਾ ਉਹ ਠੀਕ ਹੋ ਗਿਆ? ਹਾਂਜੀ ਸਰ ਜੀ। ਤੁਸੀਂ ਡਾਕਟਰ ਭੁੱਲਰ ਨਾਲ ਮੁਲਾਕਾਤ ਹੋਈ, ਕੀ ਕਹਿੰਦੇ ਸੀ ਉਹ? ਇਹ ਕਹਿੰਦੇ ਸੀ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਅਸੀਂ ਘਬਰਾਏ ਬਹੁਤ ਹੋਏ ਸੀ, ਇੰਨੀਆਂ ਦਵਾਈਆਂ ਵਗੈਰਾ ਖਾ ਲਈਆਂ ਸੀਗੀਆਂ, ਮਨ ਟੁੱਟਿਆ ਪਿਆ ਸੀਗਾ। ਪਰ ਇਹਨਾਂ ਨੇ ਸਾਨੂੰ ਬਹੁਤ ਰੱਬ ਵਾਂਗੂ ਯਕੀਨ ਦਿਵਾਇਆ, ਤੇ ਚਲੋ ਅਸੀਂ ਵੀ ਕਰਕੇ ਖਾਧੀ ਤੇ ਸਾਨੂੰ ਕਾਫੀ ਫਰਕ ਪਿਆ ਇੱਥੋਂ। ਤੇ ਕੁੱਲ ਜਿਹੜੀ ਫਾਈਬਰਾਇਡ ਤੁਹਾਡੀ ਸੀਗੀ ਉਹ ਹੁਣ ਨਿਕਲ ਚੁੱਕੀ ਆ? ਹਾਂਜੀ ਸਰ ਜੀ, ਹੁਣ ਬਿਲਕੁਲ ਕਲੀਅਰ ਆ। ਕਿੰਨੀ ਦੇਰ ਤੁਹਾਨੂੰ ਇਹ ਪ੍ਰੋਸੈਸ ਨੂੰ ਚਾਲੂ ਰੱਖਣਾ ਪਿਆ ਜਿਹਦੇ ਕਰਕੇ ਉਹ ਜਦੋਂ ਬਾਅਦ ਤੁਹਾਡੀ ਫਾਈਬਰਾਇਡ ਨਿਕਲ ਗਈ? ਹਾਂਜੀ, 4-5 ਮਹੀਨੇ ਲੱਗ ਗਏ ਸਰ ਜੀ ਪੂਰੇ ਰਿਮੂਵ ਹੋਣ 'ਚ। ਤੁਸੀਂ ਸਕੈਨ ਕਰਾਉਂਦੇ ਰਹਿੰਦੇ ਸੀ ਨਾਲ? ਹਾਂਜੀ, ਸਰ ਦੱਸਦੇ ਸੀ ਨਾ, ਨਾਲ ਦੀ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਵੇਂ ਨਾ ਤੁਹਾਨੂੰ ਫਰਕ ਲੱਗਦਾ ਕਿਵੇਂ ਆ। ਤੇ ਜਦੋਂ ਮੈਨੂੰ ਪੇਨ ਨੂੰ ਫਰਕ ਪਿਆ ਤੇ ਫਿਰ ਨਾਲ ਦੀ ਨਾਲ ਅਸੀਂ ਚੈੱਕ ਕਰਾਉਂਦੇ ਸੀਗੇ, ਤੇ ਬਿਲਕੁਲ ਘਟੀ ਜਾਂਦੀ ਸੀ ਹੌਲੀ ਹੌਲੀ। ਜਿਹੜੇ ਪੀਰੀਅਡਸ ਇਰੈਗੂਲਰ ਸੀਗੇ ਉਹ ਠੀਕ ਹੋ ਗਏ? ਹਾਂਜੀ, ਉਹ ਵੀ ਸੈੱਟ ਹੋ ਗਏ ਸੀਗੇ। ਪੇਨ ਪੂਨ ਉਹ ਜੋ ਵੀ ਪ੍ਰੋਬਲਮਾਂ ਆ ਰਹੀਆਂ ਸੀ, ਬਲੱਡ ਜਿਹੜਾ ਸੀਗਾ ਉਹ ਘਟ ਗਿਆ ਸੀ, ਉਹ ਪੂਰੇ ਹੋ ਗਏ ਸਾਰੇ? ਹਾਂਜੀ ਸਰ ਜੀ, ਸਾਰਾ ਕੁਝ ਸੈੱਟ ਹੋ ਗਿਆ ਸੀਗਾ। ਮਤਲਬ 4-5 ਮਹੀਨੇ ਦੇ ਵਿੱਚ ਤੁਸੀਂ ਇਹ ਸਾਰਾ ਰਿਕਵਰ ਕਰ ਲਿਆ? ਹਾਂਜੀ ਸਰ ਜੀ। ਤੁਸੀਂ ਦੱਸੋਗੇ ਵੀ ਇਸ 4-5 ਮਹੀਨੇ ਦੀ ਜਿਹੜੀ ਦਵਾਈ ਲਈ ਹੈ, ਤੁਸੀਂ ਪਹਿਲਾਂ ਕਿੰਨਾ ਖਰਚਾ ਕਰ ਚੁੱਕੇ ਸੀ ਟੋਟਲ 8-9 ਸਾਲ ਦੇ ਵਿੱਚ ਤੇ 4-5 ਮਹੀਨੇ ਦੀ ਦਵਾਈ ਤੇ ਕਿੰਨਾ ਖਰਚਾ ਕੀਤਾ? 4-5 ਮਹੀਨੇ ਦਵਾਈ ਸਰ ਵੀ ਦਵਿੰਦਰ ਜੀ ਹੈ ਤਾਂ ਮੇਰੇ ਕਲਾਸਮੇਟ ਹੀ, ਫਰੈਂਡ ਹੀ ਜੀ। ਵੀ ਚਲੋ ਉਹਨਾਂ ਨੇ ਤਕਰੀਬਨ ਪੇਮੈਂਟ ਵੀ ਹਾਲੇ ਲਈ ਵੀ ਹੈ ਨਹੀਂ ਸੀ ਜੀ, ਵੀ ਉਹਦੇ ਕੋਈ ਗੱਲ ਨਹੀਂ, ਦਵਾਈ ਸਟਾਰਟ ਕਰੋ, ਵੀ ਪੇਮੈਂਟ ਦੀ ਕੋਈ ਗੱਲ ਨਹੀਂ, ਹੌਲੀ ਹੌਲੀ ਆ ਜਾਊਗੀ। ਵੀ ਯਾਨੀ ਕਿ ਮੈਕਸੀਮਮ ਦਵਾਈ ਉਹਨਾਂ ਦੀ ਮੰਥਲੀ 2500-2000 ਦੀ ਕਰੀਬ ਹੁੰਦੀ ਸੀ ਜੀ, ਕਈ 2800 ਦੀ ਹੋਣੀ। ਪਰ ਸਾਨੂੰ ਇਹ ਜਿਵੇਂ ਕਹਿ ਰਹੇ ਵੀ ਫਰਕ ਵੀ ਜੋ ਦਰਦ ਸੀ ਘਟਣ ਲੱਗ ਗਿਆ, ਤੇ ਅਸੀਂ ਜਿਵੇਂ ਦਵਾਈ ਵੀ ਮਹੀਨੇ ਬਾਅਦ ਸਕੈਨ ਕਰਾ ਲੈਂਦੇ, ਫਰਕ ਪੈਣ ਲੱਗ ਗਿਆ ਸੀ। 5 ਕੁ ਮਹੀਨੇ ਬਾਅਦ ਵੀ ਬਿਲਕੁਲ ਇਹ ਦਰਦ ਮਹਿਸੂਸ ਉਹ ਖਤਮ ਹੋ ਗਿਆ ਜੀ ਬਿਲਕੁਲ। ਪਹਿਲਾਂ ਕਿੰਨੇ ਦੀ ਦਵਾਈ ਲੈ ਚੁੱਕੇ ਸੀ ਹੁਣ ਤੱਕ? ਟੋਟਲ ਕਿੰਨਾ ਇਲਾਜ ਤੇ ਕਿੰਨਾ ਪੈਸਾ ਖਰਚ ਹੋਇਆ? ਪਹਿਲਾਂ ਜੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਮਹੀਨੇ ਦੇ ਵਿੱਚ 5-6 ਹਜ਼ਾਰ ਦੀ ਦਵਾਈ 7 ਹਜ਼ਾਰ ਦੀ ਆ ਜਾਂਦੀ ਸੀ ਜੀ। ਟੋਟਲ ਕਿੰਨਾ ਖਰਚਾ ਹੋ ਚੁੱਕਾ ਸੀ ਹੁਣ ਤੱਕ? ਟੋਟਲ ਤਾਂ ਜੀ ਹੁਣ ਮੇਰੇ ਖਿਆਲ ਦੇ ਵਿੱਚ ਮੈਂ ਮੋਟਾ ਜੇ ਆਪਾਂ ਲਾ ਲਈ 3.5-4 ਲੱਖ ਰੁਪਇਆ ਲੱਗ ਹੀ ਚੁੱਕਾ ਸੀ ਜੀ। 3.5-4 ਲੱਖ ਰੁਪਏ ਲਾ ਕੇ ਵੀ ਤੁਹਾਨੂੰ ਪਹਿਲਾਂ ਦਰਦ ਹੀ ਪੱਲੇ ਪਿਆ ਸੀ। ਇੱਕ ਇਹ ਕਿਹਾ ਗਿਆ ਸੀਗਾ ਵੀ ਯੂਟਰਸ ਰਿਮੂਵ ਕਰਾ ਦਿਓ, ਇਸ ਤੋਂ ਇਲਾਵਾ ਪੈਸੇ ਵੀ ਲਾ ਦਿਓ। ਹਾਂਜੀ, ਜਿਵੇਂ ਕੋਈ ਦੱਸ ਪਾਉਂਦਾ ਸੀ ਵੀ ਕਈ ਵਾਰੀ ਦੂਰ ਦੇ ਸ਼ਹਿਰ 'ਚ ਵੀ ਜਾਣਾ ਪੈਂਦਾ, ਜਲੰਧਰ ਤੇ ਆਪਣੇ ਦਸੂਹੇ ਤੱਕ ਵੀ ਅਸੀਂ ਗਏ ਜੀ ਦਵਾਈ ਲੈਣ, ਪਰ ਕੋਈ ਖਾਸ ਫਰਕ ਨਹੀਂ ਪਿਆ ਜੀ। ਫਿਰ ਜਦੋਂ ਬੰਦਾ ਦੂਰ ਜਾਂਦਾ ਫਿਰ ਆਪਦਾ ਸਾਧਨ ਫਿਰ ਮਹਿੰਗੀ, ਅਗਲੇ ਨੂੰ ਇਹ ਹੁੰਦਾ ਵੀ ਚਲੋ ਹੁਣ ਆਏ ਤਾਂ ਹੈਗੇ ਆ, ਮਹੀਨੇ ਦੀ ਜਾਂ 2 ਮਹੀਨੇ ਦਵਾਈ ਲੈ ਲਈ, ਫਿਰ ਖਰਚਾ ਡਬਲ ਵੀ ਹੋ ਜਾਂਦਾ ਸੀ ਕਈ ਵਾਰੀ।
ਇਹ ਚੱਕਰ ਸੀ ਜੀ। ਜਦੋਂ ਤੁਹਾਡੇ ਸੁਮਨ ਜੀ, ਜਦੋਂ ਤੁਹਾਡੇ ਯੂਟਰਸ ਰਿਮੂਵ ਹੋ ਗਈ, ਉਦੋਂ ਕਿੰਨੀ ਦੇਰ ਬਾਅਦ ਤੁਹਾਡੇ ਘਰੇ ਬੇਬੀ ਆਇਆ ਸੀ? ਉਦੋਂ ਡੇਢ 2 ਮਹੀਨੇ ਬਾਅਦ ਆ ਗਿਆ ਸੀ ਜੀ। ਹਾਂਜੀ 1.5-2 ਮਹੀਨੇ ਬਾਅਦ ਤੁਹਾਨੂੰ ਬਿਨਾਂ ਕੋਈ ਪ੍ਰੋਬਲਮ ਦੇ ਤੁਹਾਡੇ ਘਰੇ ਬੇਬੀ ਆਇਆ, ਤੇ ਅੱਜ ਉਹ ਬਿਲਕੁਲ ਤੰਦਰੁਸਤ? ਹਾਂਜੀ, ਮੈਂ ਖੁਦ ਵੀ ਨਹੀਂ ਕੋਈ ਵੈਕਸੀਨ ਲਵਾਈ ਤੇ ਹੁਣ ਬੇਟੇ ਨੂੰ ਵੀ ਨਹੀਂ ਕੋਈ ਲਵਾ ਰਹੇ। ਹਾਂਜੀ, ਹੁਣ ਇਹਨਾਂ ਦੀ ਦਵਾਈ ਨਾਲ ਹੀ ਆ। ਦਵਾਈ ਨਾਲ ਹੀ ਬਿਲਕੁਲ ਸੈੱਟ ਹੈਗਾ? ਹਾਂਜੀ ਹਾਂਜੀ। ਜਦੋਂ ਇਹ ਸਾਰਾ ਇਲਾਜ ਤੁਸੀਂ ਸ਼ੁਰੂ ਕਰਵਾਇਆ ਸੀਗਾ, ਤੁਹਾਨੂੰ ਇਹ ਦੱਸਿਆ ਗਿਆ ਕਿ ਪਹਿਲਾਂ ਤੁਸੀਂ ਕੀ ਖਾ ਰਹੇ ਸੀ, ਵੀ ਜਿਹੜਾ ਚੀਜ਼ ਮਨਾ ਨਹੀਂ ਖਾਣੀ, ਤੇ ਤੁਸੀਂ ਕੁਝ ਚੀਜ਼ਾਂ ਬੰਦ ਕਰਾਈਆਂ, ਕੁਝ ਚੀਜ਼ਾਂ ਨਵੀਆਂ ਕਰਵਾਈਆਂ? ਹਾਂਜੀ ਸਰ ਜੀ, ਉਹ ਦੱਸਦੇ ਸੀਗੇ, ਕਹਿੰਦੇ ਵੀ ਉਹ ਜਿਹੜੀ ਆਪਾਂ ਦਵਾਈ ਖਾ ਰਹੇ ਹਾਂ ਉਹ ਇੱਕ ਕਿਸਮ ਦੀ ਜ਼ਹਿਰ ਹੀ ਆ। ਨਹੀਂ, ਦਵਾਈ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਵੀ ਕੀ ਖਾਣਾ ਹੈ, ਜਾਂ ਕੀ ਖਾ ਰਹੇ ਸੀ ਜਿਹੜਾ ਕਿ ਪਹਿਲਾਂ ਬੰਦ ਕਰਵਾਇਆ ਜਾਂ ਕੋਈ ਨਵਾਂ ਸ਼ੁਰੂ ਕਰਵਾਇਆ? ਬਸ ਤਲੀਆਂ ਚੀਜ਼ਾਂ ਦਾ ਹੀ ਪਰਹੇਜ਼ ਸੀਗਾ, ਹੋਰ ਤਾਂ ਕੁਛ ਨਹੀਂ ਸੀ। ਅੱਛਾ, ਕੋਈ ਮਿਲਟਸ ਵਗੈਰਾ ਤਾਂ ਨਹੀਂ ਸ਼ੁਰੂ ਕੀਤੇ? ਨਹੀਂ, ਉਹ ਨਹੀਂ ਖਾਂਦੇ ਸੀ। ਹੁਣ ਬਿਲਕੁਲ ਤੰਦਰੁਸਤ ਹੋ, ਕੋਈ ਪ੍ਰੋਬਲਮ ਨਹੀਂ ਹੈ? ਹਾਂਜੀ, ਹੁਣ ਬਿਲਕੁਲ ਨਾਰਮਲ ਆ, ਕੋਈ ਨਹੀਂ ਹੈਗੀ। ਹਾਂਜੀ। ਤੇ ਤੁਹਾਨੂੰ ਜਦੋਂ ਤੁਸੀਂ ਇਹ ਏਡੀ ਵੱਡੀ ਮੁਸੀਬਤ 'ਚੋਂ ਤੁਸੀਂ ਬਾਹਰ ਨਿਕਲ ਕੇ ਆਏ, ਕਿਉਂਕਿ ਤੁਹਾਡੇ ਪੇਕੇ ਪਰਿਵਾਰ ਨੂੰ ਵੀ ਪਤਾ ਹੋਣਾ ਵੀ ਆਹ ਪ੍ਰੋਬਲਮ ਹੈਗੀ ਹੈ ਕੁੜੀ ਸਾਡੀ ਨੂੰ, ਤੁਹਾਡੇ ਸਹੁਰੇ ਪਰਿਵਾਰ ਨੂੰ ਵੀ ਪਤਾ ਹੋਣਾ ਵੀ ਸਾਡੀ ਨੂੰਹ ਨੂੰ ਆਹ ਪ੍ਰੋਬਲਮ ਹੈਗੀ ਹੈ, ਜਦੋਂ ਤੁਸੀਂ ਠੀਕ ਹੋਏ ਤਾਂ ਕੀ ਇੰਪੈਕਟ ਗਿਆ ਪਬਲਿਕ, ਜਿਹੜੇ ਦੇਖਣ ਸੁਣਨ ਵਾਲੇ ਜਾਂ ਹਾਲ ਚਾਲ ਪੁੱਛਣ ਵਾਲਿਆਂ ਨੂੰ, ਮਤਲਬ ਕੀ ਅਸਰ ਪਿਆ ਉਹਨਾਂ 'ਤੇ? ਹਾਂਜੀ, ਸਾਰੇ ਬਹੁਤ ਜ਼ਿਆਦਾ ਖੁਸ਼ ਹੋਏ। ਮੇਰੇ ਡੈਡੀ ਨੇ ਖੁਦ ਇੱਥੋਂ ਰਿਜ਼ਲਟ ਲਿਆ, ਉਹਨਾਂ ਨੂੰ ਸ਼ੂਗਰ ਸੀਗੀ, ਉਹਨਾਂ ਦੀ ਸ਼ੂਗਰ ਵੀ ਹੁਣ ਬਿਲਕੁਲ ਨਾਰਮਲ ਆ। ਸਾਰੇ ਹੁਣ ਗਾਂ ਦੀ ਗਾਂ ਬਹੁਤ ਖੁਸ਼ ਆ ਡਾਕਟਰ ਸਾਹਿਬ ਨਾਲ। ਅਸੀਂ ਜਿਉਂ ਅਟੈਚ ਹੋਏ ਆ, ਸਾਡੇ ਇੱਕ ਦੋ ਮੇਰੀ ਮੰਮੀ ਨੂੰ ਨਹੀਂ ਸੁਣਦਾ ਸੀਗਾ ਤੇ ਉਹਨਾਂ ਨੂੰ ਵੀ ਸੁਣਨ ਲੱਗ ਗਿਆ ਹੈਗਾ। ਮਤਲਬ ਉਹਨਾਂ ਨੂੰ ਵੀ ਦਵਾਈ ਲੈ ਕੇ ਗਏ, ਸੁਣਨ ਲੱਗ? ਇੱਥੋਂ ਸਰ ਤੋਂ ਹੀ ਲੱਗ ਗਏ ਸੀਗੇ ਉਹਨਾਂ ਨੂੰ। ਫਾਦਰ ਸਾਹਿਬ ਨੂੰ ਤੁਹਾਡੇ ਨੂੰ ਸ਼ੂਗਰ ਸੀਗੀ, ਮਦਰ ਨੂੰ ਤੁਹਾਡੇ ਸੀ ਸੁਣਦਾ ਘੱਟ ਸੀ, ਠੀਕ ਹੋ ਗਏ? ਹਾਂਜੀ ਹਾਂਜੀ ਸਰ ਜੀ, ਹੁਣ ਵਧੀਆ ਸੁਣਦਾ ਉਹਨਾਂ ਨੂੰ। ਡੈਡੀ ਮੇਰੇ ਦੀ ਸ਼ੂਗਰ ਵੀ ਬਿਲਕੁਲ ਨਾਰਮਲ ਆ, ਨਹੀਂ ਤਾਂ 300-400 ਤੋਂ ਘੱਟ ਹੁੰਦੀ ਨਹੀਂ ਸੀਗੀ। ਹਾਂਜੀ, ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਸੀ। ਫਿਰ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਵੀ ਫਰਕ ਬੇਟੀ ਨੂੰ ਪੈ ਗਿਆ ਤਾਂ ਮੈਂ ਵੀ ਉੱਥੇ ਜਾਵਾਂ, ਤੇ ਉਹਨਾਂ ਨੂੰ ਵੀ ਹੁਣ ਬਹੁਤ ਵਧੀਆ ਰਿਜ਼ਲਟ ਮਿਲਿਆ ਵਾ। ਤੁਸੀਂ ਆਪ ਠੀਕ ਹੋ ਚੁੱਕੇ ਹੋ, ਤੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ? ਇਹੀ ਮੈਂ ਕਹਿਣਾ ਚਾਹੂੰਗੀ ਸਭ ਨੂੰ ਵੀ ਜਿੰਨੇ ਵੀ ਕੋਈ ਮੇਰੀ ਤਰ੍ਹਾਂ ਦੇ ਹੈਗੇ ਆ, ਸਾਰੇ ਇੱਥੇ ਡਾਕਟਰ ਸਾਹਿਬ ਕੋਲ ਆਉਣ, ਤੇ ਰੱਬ ਵਰਗੇ ਹੀ ਇੱਕ ਕਿਸਮ ਦੇ ਇਹ, ਕਿਉਂਕਿ ਆਪਾਂ ਨੂੰ ਕੋਈ ਹੋਰ ਤਾਂ ਹੈ ਨਹੀਂ ਗਾ, ਹੀਲਾ ਵਸੀਲਾ ਹੀ ਹੁੰਦਾ ਵਾ ਵੀ ਚਲੋ ਇੱਧਰ ਨੂੰ ਆ ਜਾਈਏ ਤੇ ਮਾਲਕ ਦੀ ਕਿਰਪਾ ਨਾਲ ਇੱਥੇ ਆਉਣ ਤੇ ਖੁਸ਼ੀਆਂ ਪਾਉਣ। ਤੇ ਤੁਸੀਂ ਕੁਝ ਕਹਿਣਾ ਚਾਹੋਗੇ ਜਾਣ? ਮੈਂ ਜੀ ਡਾਕਟਰ ਸਾਹਿਬ ਵਰਿੰਦਰ ਸਿੰਘ ਭੁੱਲਰ ਜੀ ਦਾ ਬਹੁਤ ਧੰਨਵਾਦ ਹੀ ਕਰਨਾ ਚਾਹੁੰਦੇ ਹਾਂ। ਤੇ ਚਲੋ ਸਾਡੇ ਲਈ ਤਾਂ ਤਕਰੀਬਨ ਵੀ ਜਿਵੇਂ ਆਪਾਂ ਕਹਿ ਦਿੰਦੇ ਡਾਕਟਰ ਰੱਬ ਹੁੰਦੇ ਆ, ਤੇ ਰੱਬ ਹੀ ਅਸੀਂ ਉਹਨਾਂ ਨੂੰ ਮੰਨ ਰਹੇ ਹਾਂ ਜੀ। ਤੇ ਬਸ ਥੈਂਕਸ ਡਾਕਟਰ ਸਾਹਿਬ ਦਾ। ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਠੀਕ ਹੈ ਸਰ ਜੀ, ਥੈਂਕ ਯੂ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਅਜਿਹੀ ਬਿਮਾਰੀ, ਇੱਕ ਅਜਿਹਾ ਰੋਗ, ਇੱਕ ਅਜਿਹੀ ਸਮੱਸਿਆ ਜਿਹਦਾ ਇਲਾਜ ਸਿਰਫ ਤੇ ਸਿਰਫ ਆਪਰੇਸ਼ਨ ਸੀ। ਇੱਕ ਆਪਰੇਸ਼ਨ ਕਰਵਾ ਵੀ ਲਿਆ, 3-4 ਮਹੀਨੇ ਬਾਅਦ ਹੀ ਫਿਰ ਉਹੀ ਸਮੱਸਿਆ ਦੇ ਵਿੱਚ ਆਪਾਂ ਉੱਥੇ ਆ ਕੇ ਖੜੇ ਹੋ ਗਏ ਜਿੱਥੋਂ ਆਪਰੇਸ਼ਨ ਕਰਵਾਉਣ ਲਈ ਸ਼ੁਰੂ ਹੋਏ ਸੀ। ਅਜਿਹੀ ਸਮੱਸਿਆ ਜਿਹਦਾ ਇਲਾਜ ਸਿਰਫ ਤੇ ਸਿਰਫ ਰਿਮੂਵ, ਬੱਚੇਦਾਨੀ ਯਾਨੀ ਯੂਟਰਸ ਨੂੰ ਰਿਮੂਵ ਕਰਾਉਣਾ ਹੀ ਸੀਗਾ, ਹੋਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀਗਾ। 8-9 ਸਾਲ ਦੇ ਉੱਤੋਂ ਜਿਹੜੇ ਸੀਗੇ ਲਗਾਤਾਰ ਦਰਦ ਸਹਿ ਰਹੇ ਸੀਗੇ, ਇੱਕ ਆਸ ਦੇ ਵਿੱਚ ਕਿ ਸਾਡੇ ਘਰ ਇੱਕ ਹੋਰ ਬੱਚਾ ਹੋਵੇ ਤਾਂ ਕਿ ਇੱਕ ਸਾਡਾ ਪੂਰੇ ਪਰਿਵਾਰ ਜਿਹੜਾ ਪੂਰਾ ਹੋ ਜਾਵੇ, ਚਾਹੇ ਮੁੰਡਾ ਹੋ ਜਾਏ ਚਾਹੇ ਕੁੜੀ ਹੋ ਜਾਏ। ਸਿਰਫ ਇੱਕ ਆਸ ਦੇ ਵਿੱਚ ਜਿਹੜਾ 8-9 ਸਾਲ ਜਿਹੜਾ ਉਸ ਦਰਦ ਨੂੰ ਸਹਿਆ। ਪਰ ਡਾਕਟਰਾਂ ਨੇ ਵੀ ਕੋਸ਼ਿਸ਼ ਕੀਤੀ ਜਿੰਨਾ ਕੁ ਉਹਨਾਂ ਦੀ ਸਮਝ ਸੀਗੀ ਕਿ ਇਹਨੂੰ ਯੂਟਰਸ ਨੂੰ ਬਚਾਇਆ ਜਾਵੇ। ਇੱਕ ਆਪਰੇਸ਼ਨ ਕੀਤਾ ਬਚਾ ਕੇ, ਦੁਬਾਰਾ ਫਿਰ ਹਾਲਾਤ ਉਹੀ ਹੋ ਗਏ ਤਾਂ ਉਹ ਕਹਿੰਦੇ ਵੀ ਹੁਣ ਨਹੀਂ ਕੋਈ ਹੱਲ ਹੈ, ਹੁਣ ਤਾਂ ਆਪਰੇਸ਼ਨ ਹੀ ਕਰਵਾ ਕੇ ਯੂਟਰਸ ਹੀ ਕਢਾਉਣੀ ਪਏਗੀ। ਪਰ ਜਦੋਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਮੁਲਾਕਾਤ ਹੋਈ ਤਾਂ ਅੱਜ ਤੁਹਾਡੇ ਸਾਹਮਣੇ ਹੈ ਕਿ 1 ਮਹੀਨੇ ਬਾਅਦ ਹੀ ਜਿਹੜਾ ਦਰਦ 8-9 ਸਾਲ ਦਾ ਦਵਾਈਆਂ ਲੈ ਕੇ ਵੀ ਨਹੀਂ ਆਰਾਮ ਆ ਰਿਹਾ ਸੀ, ਉਹ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹਨਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ। 5 ਮਹੀਨੇ ਦੇ ਵਿੱਚ, 5-6 ਮਹੀਨੇ ਦੇ ਵਿੱਚ ਜਿਹੜਾ ਇਹਨਾਂ ਦੀ ਯੂਟਰਸ ਦੇ ਵਿੱਚ ਫਾਈਬਰਾਇਡ ਯਾਨੀ ਰਸੌਲੀ ਜਿਹੜੀ ਸੀ 18 mm ਦੀ, ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟਾ ਹੋਇਆ। ਅੱਜ ਬਿਲਕੁਲ ਤੰਦਰੁਸਤ ਹੈ ਪੂਰਾ ਪਰਿਵਾਰ, ਹੱਸਦਾ ਖੇਡਦਾ ਪਰਿਵਾਰ ਹੈ ਤੇ ਹਰ ਤਰ੍ਹਾਂ ਦੀ ਸਮੱਸਿਆ ਤੋਂ ਮੁਕਤ ਹੈ। ਇਹਨਾਂ ਨੂੰ ਦੇਖ ਕੇ ਇਹਨਾਂ ਦੇ ਫਾਦਰ ਸਾਹਿਬ, ਇਹਨਾਂ ਦੇ ਮਦਰ, ਉਹਨਾਂ ਨੇ ਵੀ ਦਵਾਈ ਲਿੱਤੀ। ਦਵਾਈ ਲੈਣ ਤੋਂ ਬਾਅਦ ਫਾਦਰ ਸਾਹਿਬ ਦੀ ਸ਼ੂਗਰ ਤੇ ਇਹਨਾਂ ਦੇ ਮਦਰ ਨੂੰ ਜਿਹੜਾ ਸੁਣਦਾ ਘੱਟ ਸੀਗਾ ਉਹ ਸਮੱਸਿਆਵਾਂ ਵੀ ਠੀਕ ਹੋਈਆਂ। ਯਾਨੀ ਕਹਿਣ ਤੋਂ ਭਾਵ ਵੀ ਇੱਕ ਤੋਂ ਦੂਜੇ ਨੂੰ ਯਕੀਨ ਹੁੰਦਾ ਚਲਾ ਗਿਆ। ਤੇ ਇਹ ਯਕੀਨ ਕੋਈ ਹਵਾ ਦੇ ਵਿੱਚ ਨਹੀਂ ਹੋਇਆ, ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਕੀ, ਉਹ ਗੱਲ ਹੈ ਕਿ ਸਾਹਮਣੇ ਪ੍ਰਤੱਖ ਸੀ ਤੇ ਪ੍ਰਮਾਣ ਲੈਣ ਦੀ ਲੋੜ ਨਹੀਂ ਸੀ। ਇਸ ਕਰਕੇ ਉਹ
ਉਹਨਾਂ ਨੇ ਇਹਨਾਂ ਨੂੰ ਦੇਖ ਕੇ ਆਪਣਾ ਇਲਾਜ ਕਰਵਾਇਆ ਤੇ ਉਹ ਵੀ ਠੀਕ ਨੇ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਜੇਕਰ ਕੋਈ ਇੱਕ ਬੰਦਾ ਵੀ ਇਸ ਵੀਡੀਓ ਨੂੰ ਦੇਖ ਕੇ ਆਪਣਾ ਇਲਾਜ ਕਰਵਾਉਂਦਾ ਹੈ ਤੇ ਠੀਕ ਹੁੰਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।